ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਆਪਾਂ ਸਾਰੇ ਹੀ ਗੁਰੂ ਦੇ ਉਪਦੇਸ਼ ਬਾਬਤ ਵਿਚਾਰ ਕਰਨ ਜਾ ਰਹੇ ਹਾਂ। ਆਓ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਬੜੇ ਅਦਬ, ਪਿਆਰ ਤੇ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਕਰੀਏ ਜੀ। ਆਖੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਕਦੇ ਕੋਈ ਇਨਸਾਨ ਕਿਸੇ ਰਾਹ ਤੇ ਤੁਰਦਾ ਹੈ, ਤੁਰਦਿਆਂ ਤੁਰਦਿਆਂ ਜੇ ਕਿਤੇ ਉਸ ਨੂੰ ਰਾਹ ਦੇ ਵਿੱਚ ਹਨੇਰਾ ਪੈ ਜਾਵੇ ਤੇ ਉਸ ਹਨੇਰੇ ਦੇ ਕਾਰਨ ਇਨਸਾਨ ਰਾਹ ਭਟਕ ਜਾਇਆ ਕਰਦਾ ਹੈ। ਇਸੇ ਤਰ੍ਹਾਂ ਜੀਵਨ ਦੇ ਵਿੱਚ ਜਦੋਂ ਕਦੀ ਅਗਿਆਨਤਾ ਆ ਕਰਕੇ ਘੇਰ ਲੈਂਦੀ ਹੈ ਤਾਂ ਇਨਸਾਨ ਜੀਵਨ ਦੇ ਮਾਰਗ ਤੋਂ ਭਟਕ ਜਾਇਆ ਕਰਦਾ ਹੈ। ਜੇ ਉਹ ਮੁੜ ਦੁਬਾਰਾ ਉਸ ਜੀਵਨ ਦੇ ਸੱਚ ਦੇ ਮਾਰਗ ਤੇ ਤੁਰਨਾ ਚਾਹੇ ਤਾਂ ਉਸ ਨੂੰ ਕੇਵਲ ਤਾਂ ਕੇਵਲ ਗੁਰੂ ਦਾ ਉਪਦੇਸ਼ ਹੀ ਤੋਰ ਸਕਦਾ ਹੈ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਬੰਦੇ ਦੇ ਜਿਹੜੇ ਕਰਮ ਹੋਇਆ ਕਰਦੇ ਹਨ, ਜੇ ਉਹਦੇ ਵਿੱਚ ਗਿਆਨ ਨਾ ਹੋਵੇ, ਉਹਦੇ ਵਿੱਚ ਸੋਝੀ ਨਾ ਹੋਵੇ ਔਰ ਕਰਮਾਂ ਕਰਕੇ ਕੋਈ ਪ੍ਰੇਰਣਾ ਨਾ ਹੋਵੇ ਤਾਂ ਮਨੁੱਖ ਭਟਕ ਜਾਇਆ ਕਰਦਾ ਹੈ। ਵਰਤੇ ਗੁਰੂ ਦਾ ਉਪਦੇਸ਼ ਉਹਦੇ ਜੀਵਨ ਦੇ ਵਿੱਚ ਚਿਰਾਗ ਬਣ ਕਰਕੇ ਆ ਜਾਵੇ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਉਸ ਮਨੁੱਖ ਨੂੰ ਸੋਝੀ ਆ ਜਾਂਦੀ ਹੈ। ਗੁਰੂ ਪਾਤਸ਼ਾਹ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਜਿਸ ਮਨੁੱਖ ਨੂੰ ਗੁਰੂ ਦੇ ਉਪਦੇਸ਼ ਦੀ ਸੋਝੀ ਆ ਗਈ ਹੈ ਤੇ ਉਹ ਫਿਰ ਭੁੱਲ ਕਰਕੇ ਵੀ ਮਾੜੇ ਕਰਮ ਨਹੀਂ ਕਰਦਾ, ਉਹ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ। ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਹਨ, ਐਸਾ ਕੰਮ ਮੁਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਕਰਮ ਮੈਂ ਜ਼ਿੰਦਗੀ ਵਿੱਚ ਨਹੀਂ ਕਰਨਾ ਜਿਹਦੇ ਕਾਰਨ ਮੈਨੂੰ ਬਾਅਦ ਵਿੱਚ ਪਛਤਾਉਣਾ ਪਏ। ਤੇ ਉਹ ਕਰਦਾ ਕੀ ਹੈ? ਸਤਿਗੁਰ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਉਹ ਸਦਾ ਸੱਚ ਦੀ ਸੰਭਾਲ ਕਰਦਾ। ਮਨੁੱਖ ਦੇ ਅੰਦਰ ਜਦੋਂ ਕਦੇ ਕੋਈ ਵਿਕਾਰਾਂ ਦਾ ਜ਼ੋਰ ਪੈ ਜਾਵੇ ਤੇ ਮਨੁੱਖ ਨਹੀਂ ਰਹਿੰਦਾ ਬਲਕਿ ਸ਼ੈਤਾਨ ਬਣ ਜਾਂਦਾ ਹੈ। ਔਰ ਜੇ ਕਿਤੇ ਗੁਰੂ ਦਾ ਉਪਦੇਸ਼ ਆਪਣੇ ਜੀਵਨ ਵਿੱਚ ਕਮਾ ਲਵੇ ਤੇ ਗੁਰੂ ਦੀ ਰਹਿਮਤ ਦਾ ਪਾਤਰ ਬਣ ਜਾਵੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਹ ਮਨੁੱਖ ਦੇਵਤਾ ਵੀ ਬਣ ਜਾਇਆ ਕਰਦਾ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਮਨੁੱਖ ਦੀ ਵੈਲੀ ਸੋਚ ਨੇ ਜਿੱਥੇ ਦੁਨੀਆ ਦੇ ਅੰਦਰ ਮਨੁੱਖਤਾ ਦੇ ਵਿੱਚ ਵੱਡੀਆਂ ਪਾਈਆਂ, ਉਥੇ ਜਿਹੜਾ ਸਾਂਝਾ ਉਪਦੇਸ਼ ਰੱਬ ਦਾ ਸੀ ਉਸ ਨੂੰ ਵੀ ਵੰਡ ਕੇ ਰੱਖ ਦਿੱਤਾ। ਬ੍ਰਾਹਮਣਾਂ ਦੇ ਲਈ ਵੱਖਰਾ ਉਪਦੇਸ਼ ਸੀ, ਖੱਤਰੀਆਂ ਦੇ ਲਈ ਵੱਖਰਾ, ਵੈਸ਼ ਦੇ ਲਈ ਵੱਖਰਾ, ਔਰ ਸ਼ੂਦਰ ਵਾਸਤੇ ਤੇ ਬਿਲਕੁਲ ਹੀ ਮਨਾਹੀ ਸੀ। ਨਾ ਉਹ ਸੁਣ ਸਕਦਾ ਸੀ, ਨਾ ਪੜ੍ਹ ਸਕਦਾ ਸੀ। ਉਸ ਨੂੰ ਸਖਤ ਹਿਦਾਇਤ ਸੀ ਕਿ ਇਸ ਪਾਸੇ ਤੂੰ ਨਹੀਂ ਜਾਣਾ। ਪਰ ਗੁਰਮਤਿ ਨੇ ਸਭ ਨੂੰ ਗੱਲ ਲਾ ਕਰਕੇ ਬੜੀ ਪਿਆਰ ਭਿੱਜੀ ਆਵਾਜ਼ ਦੇ ਵਿੱਚ ਪੁਕਾਰਿਆ ਤੇ ਕਿਹਾ ਕਿ ਹੇ ਭਾਈ, ਆਓ, ਤੁਹਾਨੂੰ ਇਸ ਘਰ ਦੇ ਵਿੱਚ ਥਾਂ ਮਿਲੇਗੀ ਕਿਉਂਕਿ ਇਹ ਘਰ ਸਾਰਿਆਂ ਦਾ ਸਾਂਝਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਹਨ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੇ ਉਧਰੇ ਸੋ ਕਲਮੇ, ਘਟ ਘਟ ਨਾਨਕ ਮਾਝਾ। ਗੁਰੂ ਨਾਨਕ ਦਾ ਘਰ ਸਭ ਲਈ ਸਾਂਝਾ ਤੇ ਇਸ ਕਰਕੇ ਇਸ ਦਾ ਜਿਹੜਾ ਸਪਸ਼ਟ ਜੋ ਉਦਾਹਰਨ ਮਿਲਦੀ ਹੈ, ਜਦ ਗੁਰੂ ਨਾਨਕ ਦੇਵ ਮਹਾਰਾਜ ਜੀ
ਭਾਈ ਲਾਲੋ ਦੇ ਘਰ ਦਾ ਬੂਹਾ ਖੜਕਾਉਂਦੇ ਹਨ ਤੇ ਉਹ ਦੱਸਦੇ ਹਨ ਲੋਕਾਂ ਨੂੰ ਕਿ ਇਹ ਲੋਕੋ, ਇਹ ਭਾਈ ਲਾਲੋ ਜਿਸ ਨੂੰ ਤੁਸੀਂ ਨੀਵੀਂ ਜਾਤੀ ਦਾ ਕਹਿੰਦੇ ਹੋ, ਕਿਉਂਕਿ ਮੇਰਾ ਤੇ ਸਿਧਾਂਤ ਹੀ ਇਹੀ ਹੈ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸੋ ਕਿਆ ਰੀਸ। ਮੇਰਾ ਤੇ ਟਿਕਾਣਾ ਹੀ ਉੱਥੇ ਹੈ ਜਿੱਥੇ ਲੋਕਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਤੇ ਮੈਂ ਉਹਨਾਂ ਦੇ ਸਦਾ ਨਾਲ ਹਾਂ ਤੇ ਮੇਰੇ ਦਰ ਘਰ ਦਾ ਸਿਧਾਂਤ ਹੀ ਇਹੀ ਹੈ ਕਿ ਮੈਂ ਉਹਨਾਂ ਨੂੰ ਗਲ ਵਿੱਚ ਨਾਲ ਲਾਉਂਦਾ ਹਾਂ। ਇੱਥੇ ਕਿਤੇ ਜਾਤ ਬਰਾਦਰੀ ਨਹੀਂ ਦੇਖੀ ਜਾਂਦੀ, ਬਲਕਿ ਉਪਦੇਸ਼ ਸਭ ਨੂੰ ਸਾਂਝਾ ਦਿੱਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਪੰਡਿਤ ਦਾ, ਉਸ ਬ੍ਰਾਹਮਣ ਦਾ ਵੀ ਸਤਿਕਾਰ ਕੀਤਾ, ਕਿਉਂਕਿ ਇਹ ਹੱਕ ਉਪਦੇਸ਼ ਦਾ ਬ੍ਰਾਹਮਣ ਨੂੰ ਦਿੱਤਾ ਹੋਇਆ ਸੀ ਤੇ ਬ੍ਰਾਹਮਣ ਹੀ ਸਭ ਨੂੰ ਉਪਦੇਸ਼ ਦਿਆ ਕਰਦਾ ਸੀ ਤੇ ਵਿਤਕਰੇ ਕਾਰਨ ਉਪਦੇਸ਼ ਕਈ ਲੋਕ ਦਿਆ ਕਰਦੇ ਸਨ। ਪਰ ਜਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਖਿਆ ਕਿ ਸਾਰਿਆਂ ਨੂੰ ਇੱਕ ਲਾਈਨ ਵਿੱਚ ਖੜਾ ਨਹੀਂ ਕੀਤਾ ਜਾ ਸਕਦਾ, ਮੈਂ ਉਸ ਬ੍ਰਾਹਮਣ ਦਾ ਵੀ ਸਤਿਕਾਰ ਕਰਦਾ ਹਾਂ ਜਿਹੜਾ ਬਿਨਾਂ ਵਿਤਕਰੇ ਤੋਂ ਰੱਬੀ ਉਪਦੇਸ਼ ਤੇ ਤੋਰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ, ਚੌ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਧਾਰਮਿਕ ਆਗੂਆਂ ਦੇ ਵੱਲੋਂ ਇਹ ਇੱਕ ਜੋ ਰਸਤਾ ਦਿਖਾਇਆ ਗਿਆ ਕਿ ਤੁਸੀਂ ਘਰ ਗ੍ਰਸਤੀ ਦੇ ਵਿੱਚ ਰਹਿ ਕਰਕੇ ਰੱਬ ਨੂੰ ਨਹੀਂ ਪ੍ਰਾਪਤ ਕਰ ਸਕਦੇ, ਉਸ ਮਾਲਕ ਦੇ ਦਰ ਘਰ ਵਿੱਚ ਪਰਿਵਾਰ ਨਹੀਂ ਹੋ ਸਕਦੇ, ਇਸ ਕਰਕੇ ਤੁਹਾਨੂੰ ਘਰ-ਬਾਰ ਛੱਡ ਕਰਕੇ ਜੰਗਲਾਂ ਵਿੱਚ, ਪਹਾੜਾਂ ਦੇ ਵਿੱਚ ਜਾ ਕਰਕੇ ਰਹਿਣਾ ਪਏਗਾ, ਉੱਥੇ ਭਜਨ ਬੰਦਗੀ ਕਰਨੀ ਪਏਗੀ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਕਿਹਾ ਕਿ ਨਹੀਂ ਭਾਈ, ਤੁਹਾਨੂੰ ਘਰ ਗ੍ਰਸਤੀ ਦੇ ਵਿੱਚ ਘਰ ਦੇ ਕੰਮ ਕਰਦਿਆਂ ਔਰ ਕਿਰਤ ਕਰਦਿਆਂ ਤੁਹਾਨੂੰ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ, ਕੇਵਲ ਤਾਂ ਕੇਵਲ ਆਪਣੀ ਇੰਦਰੀਆਂ ਨੂੰ ਸੰਕੋਚ ਕਰਕੇ ਉਸ ਰੱਬੀ ਰਹਿਮਤ ਦਾ ਪਾਤਰ ਬਣਦਿਆਂ ਹੋਇਆਂ, ਆਪਣੀ ਕਿਰਤਕਾਰ ਕਰਦਿਆਂ ਹੋਇਆਂ ਹੀ ਤੁਹਾਨੂੰ ਘਰ ਦੇ ਵਿੱਚ ਹੀ ਉਹ ਰੱਬ ਪ੍ਰਾਪਤ ਹੋ ਸਕਦਾ ਹੈ, ਤੁਸੀਂ ਸੱਚੇ ਜੋਗੀ ਬਣ ਸਕਦੇ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੇਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੇ ਉਪਦੇਸ਼। ਕੇਵਲ ਉਪਦੇਸ਼ ਨੂੰ ਜੀਵਨ ਵਿੱਚ ਕਮਾ ਕਰਕੇ ਤੁਸੀਂ ਉਸ ਮਾਲਕ ਦੇ ਦਰ ਘਰ ਵਿੱਚ ਪ੍ਰਵਾਨ ਹੋ ਸਕਦੇ ਹੋ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਸਾਰਿਆਂ ਨੂੰ ਬਿਨਾਂ ਵਿਤਕਰੇ, ਸਾਰਿਆਂ ਨੂੰ ਗੱਲ ਲਾ ਕਰਕੇ ਸਾਂਝਾ ਉਪਦੇਸ਼ ਦਿੱਤਾ। ਜਦ ਗੁਰੂ ਨਾਨਕ ਸਾਹਿਬ ਮਹਾਰਾਜ ਕਿਸੇ ਦੇ ਕਿਰਤਕਾਰ ਨੂੰ ਦੇਖਦੇ ਸਨ ਤਾਂ ਉਹਦੇ ਵਿੱਚੋਂ ਵੀ ਉਹਨਾਂ ਨੂੰ ਉਪਦੇਸ਼ ਦਿਆਦੇ ਕਰਦੇ ਸਨ। ਜਿਵੇਂ ਕੋਈ ਕਿਰਸਾਨ ਹੋਇਆ ਕਰਦਾ ਸੀ ਤੇ ਉਸਦੀ ਇਸ ਕਿਰਤ ਦੇ ਵਿੱਚੋਂ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨੂੰ ਉਪਦੇਸ਼ ਦਿੱਤਾ। ਜਿਵੇਂ ਕਿ ਆਪਾਂ ਪੜ੍ਹਦੇ ਹਾਂ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਉਹਨਾਂ ਦੀ ਕਿਰਤ ਦੇ ਵਿੱਚੋਂ ਹੀ ਉਪਦੇਸ਼ ਦਿੱਤਾ। ਕਹਿੰਦੇ ਨੇ, ਮਲਸੀਆਂ ਦਾ ਰਹਿਣ ਵਾਲਾ ਭਗੀਰਥ, ਜਿਹੜਾ ਕਿ ਇੱਕ ਦੇਵੀ ਦਾ ਪੁਜਾਰੀ ਸੀ, ਗੁਰੂ ਨਾਨਕ ਸਾਹਿਬ ਜੀ ਦੇ ਸਾਂਝੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕਰਕੇ ਗੁਰੂ ਦਾ ਸਿੱਖ ਬਣਿਆ। ਜਦ ਲਾਹੌਰ ਗਿਆ ਤੇ ਉੱਥੇ ਮਨ ਸੁਖ ਨਾਮ ਦਾ ਇੱਕ ਵਿਅਕਤੀ, ਜਿਸ ਨੇ ਕਦੇ ਵੀ ਮਨ ਦਾ ਸੁਖ ਨਹੀਂ ਸੀ ਮਾਣਿਆ, ਜਦ ਗੁਰੂ ਦੇ ਉਪਦੇਸ਼ ਨੂੰ ਭਾਈ ਭਗੀਰਥ ਦੇ ਕੋਲੋਂ ਸੁਣਿਆ ਤੇ ਉਸ ਨੂੰ ਅੰਦਰ ਦਾ ਸੁਖ ਮਿਲਿਆ ਤੇ ਗੁਰੂ ਨਾਨਕ ਦਾ ਸਿੱਖ ਹੋਇਆ। ਕਹਿੰਦੇ ਨੇ, ਜਦੋਂ ਭਾਈ ਮਨ ਸੁਖ ਸੰਗਲਾ ਦੀਪ ਵਿਖੇ ਗਿਆ ਤੇ ਉੱਥੇ ਰਾਜਾ ਸ਼ਿਵਨਾਭ, ਜਿਹੜਾ ਕਿ ਆਪਣੇ ਉਸ ਕਰਮ ਕਾਂਡਾਂ ਵਿੱਚ ਉਲਝਿਆ ਹੋਇਆ ਸੀ, ਜਦ ਉਸਨੇ ਅੰਦਰ ਦੇ ਸੁੱਖ ਨੂੰ ਵੇਖਿਆ ਭਾਈ ਮਨਸੁਖ ਦੇ ਕੋਲੋਂ ਤੇ ਉਸ ਵੇਲੇ ਸਿੱਖੀ ਦੀ ਦਾਤ ਵਾਸਤੇ ਬੇਨਤੀ ਕੀਤੀ, ਤਾਂ ਭਾਈ ਮਨਸੁਖ ਨੇ ਕਿਹਾ, ਤੈਨੂੰ ਸਿੱਖੀ ਦੀ ਦਾਤ ਪ੍ਰਾਪਤ ਹੋ ਸਕਦੀ ਹੈ, ਗੁਰੂ ਨਾਨਕ ਦਾ ਦਰਸ਼ਨ ਹੋ ਸਕਦਾ ਹੈ। ਉਸ ਨੂੰ ਹਮੇਸ਼ਾ ਯਾਦ ਕਰਕੇ ਉਸ ਨੂੰ ਆਪਣੇ ਘਰ ਵਿੱਚ ਧਿਆਨਾ ਕਰ। ਤਾਂ ਇਸ ਤਰ੍ਹਾਂ ਜਿਹੜਾ ਰਾਜਾ ਸ਼ਿਵਨਾਭ ਸੀ, ਉਹ ਗੁਰੂ ਨਾਨਕ ਦੇਵ ਮਹਾਰਾਜ ਨੂੰ ਯਾਦ ਕਰਨ ਲੱਗਾ। ਕਹਿੰਦੇ ਨੇ, ਇਸ ਗੱਲ ਦਾ ਕਈ ਪਖੰਡੀਆਂ ਨੇ ਲਾਭ ਉਠਾਇਆ ਤੇ ਆਪਣੇ ਆਪ ਨੂੰ ਗੁਰੂ ਨਾਨਕ ਕਹਿ ਕਰਕੇ ਧਰਮੀ ਲਿਬਾਸ ਪਹਿਨ ਕਰਕੇ ਆ ਜਾਇਆ ਕਰਦੇ ਸਨ ਤੇ ਰਾਜਾ ਸ਼ਿਵਨਾਭ ਦੇ ਕੋਲੋਂ ਕਹਿੰਦੇ ਸਨ ਕਿ ਅਸੀਂ ਗੁਰੂ ਨਾਨਕ ਹਾਂ। ਤੇ ਜਦੋਂ ਰਾਜਾ ਸ਼ਿਵਨਾਭ ਉਹਨਾਂ ਦੀ ਪਰਖ ਕਰਿਆ ਕਰਦਾ ਸੀ ਤਾਂ ਉਸ ਵੇਲੇ ਪਾਜ ਉਖੜ ਜਾਇਆ ਕਰਦਾ ਸੀ। ਕਹਿੰਦੇ ਨੇ, ਇੱਕ ਦਿਨ ਰੱਬ ਦੀ ਰਹਿਮਤ ਹੋਈ, ਧੰਨ ਸ਼੍ਰੀ ਗੁਰੂ ਨਾਨਕ ਮਹਾਰਾਜ ਦੇਵ ਜੀ ਨੇ
ਉਸ ਵੇਲੇ ਉਸ ਜਗ੍ਹਾ ਤੇ ਜਾ ਕਰਕੇ ਰਾਜੇ ਸ਼ਿਵਨਾਬ ਨੂੰ ਦਰਸ਼ਨ ਦਿੱਤੇ ਤੇ ਰਾਜਾ ਸ਼ਿਵਨਾਬ ਬੜੀ ਅਰਜ਼ੋਈ ਕਰਕੇ ਕਹਿਣ ਲੱਗਾ, ਬੜੇ ਚਿਰਾਂ ਬਾਅਦ ਆਪ ਜੀ ਦੇ ਦਰਸ਼ਨ ਹੋਏ ਹਨ, ਹੁਣ ਕਿਰਪਾ ਕਰਕੇ ਵਿਛੋੜਾ ਨਾ ਦੇ ਕੇ ਜਾਇਓ। ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਰਾਜਾ ਸ਼ਿਵਨਾਬ, ਸਰੀਰਾਂ ਦੇ ਮਿਲਾਪ ਸਦੀਵੀ ਨਹੀਂ ਹੋਇਆ ਕਰਦੇ, ਤੇ ਜਿਹੜਾ ਆਨੰਦ, ਜਿਹੜਾ ਉਹ ਅੰਦਰ ਦਾ ਸੁੱਖ ਹੈ, ਉਹ ਕੇਵਲ ਤਾਂ ਕੇਵਲ ਉਪਦੇਸ਼ ਦੇ ਰਾਹੀਂ ਹੀ ਹੋ ਸਕਦਾ ਹੈ। ਸਰੀਰ ਤੇ ਕੁਝ ਚਿਰਾਂ ਵਾਸਤੇ ਹੈ, ਪਰ ਉਪਦੇਸ਼ ਸਦੀਵੀ ਹੋਇਆ ਕਰਦਾ ਹੈ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਾਜਾ ਸ਼ਿਵਨਾਬ ਨੂੰ ਉਪਦੇਸ਼ ਦਿੱਤਾ ਕਿ ਤੁਸੀਂ ਪੋਥੀ ਦਾ ਦਰਸ਼ਨ ਕਰਨਾ, ਉਹਦੇ ਵਿੱਚੋਂ ਪੜ੍ਹ ਕਰਕੇ ਤੁਸੀਂ ਆਪਣੇ ਜੀਵਨ ਨੂੰ ਸੱਚ ਦੇ ਮਾਰਗ ਤੇ ਤੋਰਨਾ ਹੈ, ਸੰਗਤ ਦੀ ਸੇਵਾ ਕਰਨੀ ਹੈ, ਲੋ ਲੰਗਰ ਤਪਾਈ ਰੱਖਣਾ ਹੈ। ਇਸ ਤਰ੍ਹਾਂ ਹੀ ਰਾਜਾ ਸ਼ਿਵਨਾਬ ਕਰਨ ਲੱਗਿਆ। ਅੰਤ ਨੂੰ ਉਸਨੇ ਉਸ ਮਾਲਕ ਦੇ ਦਰ ਘਰ ਦੇ ਵਿੱਚ ਟਿਕਾਣਾ ਪ੍ਰਾਪਤ ਕੀਤਾ। ਕਹਿੰਦੇ ਨੇ ਕੋਈ ਕਿਸੇ ਦੇਸ਼ ਵਿੱਚ ਜਾਂਦਾ ਹੈ, ਪਰਦੇਸ ਵਿੱਚ ਜਾਂਦਾ ਹੈ, ਤੇ ਉੱਥੋਂ ਦੀ ਜਿਹੜੀ ਕੋਈ ਪ੍ਰਸਿੱਧ ਵਸਤੂ ਹੋਇਆ ਕਰਦੀ ਹੈ, ਉਸਨੂੰ ਆਪਣੇ ਘਰ ਵਿੱਚ ਲੈ ਕੇ ਆਉਂਦਾ ਹੈ। ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੇ ਵੀ ਦੇਸ਼ ਦਸ਼ਾਂਤਰਾਂ ਦੇ ਵਿੱਚ ਜਾ ਕਰਕੇ ਰਟਨ ਕੀਤਾ, ਉੱਥੇ ਆਪ ਜੀ ਨੇ ਆਪਣਾ ਉਪਦੇਸ਼ ਤੇ ਵੰਡਿਆ ਹੀ, ਪਰ ਜਿੱਥੇ ਪਰਮਾਰਥੀ ਉਪਦੇਸ਼ ਮਿਲਿਆ, ਆਪ ਜੀ ਨੇ ਦੇਖਿਆ, ਭਾਵੇਂ ਉਹ ਕਬੀਰ ਜੁਲਾਹੇ ਦਾ ਉਪਦੇਸ਼ ਸੀ, ਭਾਵੇਂ ਉਹ ਬਾਬਾ ਫਰੀਦ ਜੀ ਦਾ ਉਪਦੇਸ਼ ਸੀ, ਕਿਸੇ ਮੁਸਲਮਾਨ ਦਾ ਸੀ, ਕਿਸੇ ਨਾਈ ਦਾ ਸੀ, ਕਿਸੇ ਸੈਣ ਦਾ ਸੀ, ਕਿਸੇ ਧੰਨੇ ਜੱਟ ਦਾ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ 15 ਭਗਤਾਂ ਦੇ ਉਸ ਉਪਦੇਸ਼ ਨੂੰ ਇਕੱਤਰ ਕਰ ਕਰਕੇ ਇੱਕ ਪੋਥੀ ਦੇ ਵਿੱਚ ਲਿਖ ਕਰਕੇ ਲੈ ਆਉਂਦੇ ਸਨ। ਕਹਿੰਦੇ ਨੇ ਇਸੇ ਪੋਥੀ ਦੇ ਵਿੱਚ 15 ਭਗਤਾਂ ਦੀ ਜਿਹੜੀ ਬਾਣੀ ਹੈ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਤੇ ਹੋਰਨਾਂ ਭਗਤਾਂ, ਹੋਰ ਗੁਰੂਆਂ ਦੇ ਜਿਹੜੇ ਸ਼ਬਦ ਹਨ, ਜਿਹੜੇ ਉਹਨਾਂ ਦੀ ਬਾਣੀ ਹੈ, ਉਹ ਇਕੱਤਰ ਹੋ ਕਰਕੇ ਸਾਂਝਾ ਉਪਦੇਸ਼ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਦਿੱਤਾ। ਅੱਜ ਸਾਡੇ ਕੋਲ ਉਹ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਹੈ, ਜਿਸ ਨੂੰ ਅਸੀਂ ਪੜ੍ਹ ਕਰਕੇ, ਜਿਸ ਨੂੰ ਅਸੀਂ ਵਿਚਾਰ ਕਰਕੇ ਆਪਣੇ ਜੀਵਨ ਨੂੰ ਸਹੀ ਰਸਤੇ ਤੇ ਤੋਰ ਸਕਦੇ ਹਾਂ, ਤੇ ਉਸ ਮਾਲਕ ਦੇ ਘਰ ਵਿੱਚ ਪ੍ਰਵਾਨ ਹੋ ਸਕਦੇ ਹਾਂ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿੱਥੇ ਵੀ ਉਹ ਗਏ, ਉੱਥੇ ਆਪਣਾ ਉਪਦੇਸ਼ ਨਾ ਕਹਿ ਕਰਕੇ ਉਸ ਰੱਬੀ ਹੁਕਮ ਨੂੰ ਦਾ ਉਪਦੇਸ਼, ਉਸ ਅੰਮ੍ਰਿਤ ਬਾਣੀ ਦਾ ਉਪਦੇਸ਼ ਦਿੱਤਾ, ਤੇ ਕਿਹਾ ਕਿ ਸਰੀਰ ਸਦਾ ਵਾਸਤੇ ਨਹੀਂ, ਮੇਰਾ ਸਰੀਰ ਕੁਝ ਦਿਨਾਂ ਵਾਸਤੇ ਹੈ, ਪਰ ਜਿਹੜਾ ਇਹ ਰੱਬੀ ਉਪਦੇਸ਼ ਹੈ, ਇਹ ਸਦੀਵੀ ਹੈ। ਇਸ ਕਰਕੇ ਆਪਾਂ ਜਦੋਂ ਵੀ ਅਰਦਾਸ ਕਰਦੇ ਹਾਂ ਤੇ ਕਹਿੰਦੇ ਹਾਂ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਇਹ ਆਤਮਿਕ ਜੋਤ ਹਨ, ਇਹ ਸਦੀਵੀ ਹਨ, ਇਹ ਕੋਈ ਸਰੀਰ ਨਹੀਂ ਹਨ ਜਿਨ੍ਹਾਂ ਨੂੰ ਅਸੀਂ ਸਰੀਰ ਕਰਕੇ ਮੰਨ ਲਈਏ, ਪਰ ਨਹੀਂ, ਇਹ ਦਸਾਂ ਪਾਤਸ਼ਾਹੀਆਂ ਦੇ ਉਹ ਸਰੂਪ ਹਨ, ਉਹ ਆਤਮਿਕ ਮੰਡਲ ਦੀ ਉਹ ਖੋਜ ਹੈ ਜਿਹੜੀ ਉਸ ਪਰਮੇਸ਼ਰ ਦੀ ਆਪਣੀ ਹੈ। ਜਿਹੜਾ ਇਸ ਦੇ ਨਾਲ ਜੁੜੇਗਾ, ਇਸ ਉਪਦੇਸ਼ ਦੇ ਨੂੰ ਕਮਾਏਗਾ, ਉਹ ਜੀਵਨ ਦੇ ਰਾਹ ਵਿੱਚ ਉਹ ਸੁਖਾਲਾ ਹੋ ਜਾਏਗਾ। ਉਹ ਇਸ ਲੋਕ ਵਿੱਚ ਵੀ ਉਸਦਾ ਲੋਕ ਵਧੀਆ ਭਾਵ ਕੀ ਪਵਿੱਤਰ ਹੋਵੇਗਾ, ਤੇ ਪਰਲੋਕ ਵੀ ਉਸਦਾ ਸਵਰ ਜਾਏਗਾ। ਸੋ ਇਹ ਸੀ ਗੁਰੂ ਦੇ ਉਪਦੇਸ਼ ਦੇ ਵਿਚਾਰ, ਜਿਹੜੇ ਕਿ ਅਸੀਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਸੇ ਤਰ੍ਹਾਂ ਵਿਚਾਰਾ ਕਰਦੇ ਰਹੀਏ, ਸਤਿਗੁਰੂ ਜੀ ਦਾ ਓਟ ਆਸਰਾ ਲੈ ਕਰਕੇ ਜੀਵਨ ਦੇ ਵਿੱਚ ਗੁਰੂ ਦੇ ਹੁਕਮ ਨੂੰ, ਗੁਰੂ ਦੇ ਉਪਦੇਸ਼ ਨੂੰ ਕਮਾਉਂਦੇ ਰਹੀਏ। ਸੋ ਭੁੱਲਾਂ ਚੁੱਕਾਂ ਦੀ ਖਿਮਾ, ਗੱਜ ਵੱਜ ਕੇ ਫਤਿਹ ਬੁਲਾਓ।